Hello dear students, I am Avtar Singh and today we will start first chapter of 11th mathematics that is sets। हाँ जी, ਤਾਂ ਮੋਸਟ ਇੰਪੋਰਟੈਂਟ ਚੈਪਟਰ ਰਹੇਗਾ, ਸੋ ਪਲੀਜ਼ ਇਸ ਨੂੰ ਆਪਾਂ ਧਿਆਨ ਨਾਲ ਕਰਨਾ ਕਿਉਂਕਿ +1 ਐਂਡ +2 ਦੇ ਜਿੰਨੇ ਵੀ ਚੈਪਟਰਸ ਆ ਸਾਰੇ ਚੈਪਟਰਸ ਦੇ ਵਿੱਚ ਸੈਟਸ ਦਾ ਥੋੜਾ ਪਾਰਟ ਯੂਜ਼ ਹੋ ਹੀ ਰਿਹਾ, ਸੋ ਇਸ ਨੂੰ ਆਪਾਂ ਚੰਗੇ ਤਰੀਕੇ ਕਰਾਂਗੇ। ਇਸ ਵੀਡੀਓ ਦੇ ਵਿੱਚ ਆਪਾਂ ਬੇਸਿਕਸ ਤੋਂ ਸਟਾਰਟ ਕਰਾਂਗੇ ਐਂਡ ਇੱਕ ਚੀਜ਼ ਹੋਰ, ਜੋ ਸਟੂਡੈਂਟਸ IIT ਲਈ ਟਰਾਈ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਚੈਪਟਰ ਮੋਸਟ ਇੰਪੋਰਟੈਂਟ ਆ ਬਿਕੋਜ਼ JEE ਮੇਨਸ ਐਗਜ਼ਾਮ ਵਿੱਚ ਇਹ ਚੈਪਟਰ ਕਾਫੀ ਜ਼ਿਆਦਾ ਵੇਟੇ ਰੱਖਦਾ। ਸੋ ਆਪਾਂ ਇਸ ਨੂੰ ਚੰਗੇ ਤਰੀਕੇ ਕਰਾਂਗੇ ਐਂਡ ਪਲੀਜ਼ ਆਪਣਾ ਬੇਸ ਕਲੀਅਰ ਕਰ ਲਿਓ। ਜੋ ਵੀ ਚੀਜ਼ ਨਾ ਪਤਾ ਲੱਗੀ ਮੈਨੂੰ ਨਾਲ ਦੀ ਨਾਲ ਮੈਸੇਜ ਕਰ ਦਿਓ, ਠੀਕ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਐਂਡ ਫਸਟ ਚੀਜ਼ ਆਪਾਂ ਨੂੰ ਦਿੱਤੀ ਹੋਈ ਹੈ ਡੈਫੀਨੇਸ਼ਨ। ਹਾਂਜੀ, ਅ ਸੈਟ ਇਜ਼ ਵੈਲ ਡਿਫਾਈਨਡ ਕਲੈਕਸ਼ਨ ਆਫ ਆਬਜੈਕਟਸ। ਤਾਂ ਗੱਲ ਬਿਲਕੁਲ ਸਿੰਪਲ ਲੱਗ ਰਹੀ ਹੈ, ਬਸ ਇੱਕ ਚੀਜ਼ ਯਾਦ ਰੱਖਿਓ, ਵੈਲ ਡਿਫਾਈਨਡ, ਠੀਕ ਹੈ। ਇਸ ਦੀ ਡੈਫੀਨੇਸ਼ਨ ਦੇ ਵਿੱਚ ਇੱਕ ਚੀਜ਼ ਇੰਪੋਰਟੈਂਟ ਆ, ਵੈਲ ਡਿਫਾਈਨਡ। ਹਾਂਜੀ, ਤਾਂ ਵੈਲ ਡਿਫਾਈਨਡ ਦਾ ਕੀ ਮਤਲਬ ਹੋਇਆ? ਸੋ ਜਿਸ ਚੀਜ਼ ਨੂੰ ਆਪਾਂ ਡਿਫਾਈਨ ਕਰ ਸਕਦੇ ਹੋਈਏ, ਜਿਵੇਂ ਮੈਂ ਕਹਿ ਦਿਆਂ ਡੇਲੀ ਲਾਈਫ ਦੇ ਵਿੱਚ ਐਗਜ਼ਾਮਪਲਸ ਲੈਂਦੇ ਹਾਂ, ਜਿਵੇਂ ਆਪਣੇ ਘਰੇ ਬੁੱਕਸ ਪਈਆਂ, +1 ਦੀਆਂ ਬੁੱਕਸ ਪਈਆਂ ਉਹਨਾਂ ਦਾ ਕੋਈ ਸੈੱਟ ਹੈ, ਕੋਈ ਸਾਇੰਸ ਦੀਆਂ ਬੁੱਕਸ ਪਈਆਂ ਉਹਨਾਂ ਦਾ ਕੋਈ ਸੈੱਟ ਹੈ, ਕੋਈ ਮੈਥ ਦੀਆਂ ਬੁੱਕਸ ਪਈਆਂ ਉਹਨਾਂ ਦਾ ਕੋਈ ਸੈੱਟ ਹੈ। ਜਿਸ ਚੀਜ਼ ਨੂੰ ਆਪਾਂ ਡਿਫਾਈਨ ਕਰ ਸਕਦੇ ਹੋਈਏ ਉਸ ਨੂੰ ਆਪਾਂ ਸੈੱਟ ਕਹਿੰਦੇ ਹਾਂ, ਠੀਕ ਹੈ। ਸੋ ਸੈਟ ਇਜ਼ ਵੈਲ ਡਿਫਾਈਨਡ ਕਲੈਕਸ਼ਨ ਆਫ ਆਬਜੈਕਟਸ। ਸੋ ਜਿਵੇਂ ਮੈਂ ਕਹਿ ਦਿਆਂ ਦਾ ਰਿਵਰਸ ਆਫ ਇੰਡੀਆ, ਸੋ ਇੰਡੀਆ ਦੀਆਂ ਰਿਵਰਸ ਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ ਵੀ ਕਿਹੜੀਆਂ ਰਿਵਰਸ ਆ। ਸੋ ਸੈਟਸ ਬਾਰੇ ਹੋਰ ਸਟੱਡੀ ਕਰਨ ਤੋਂ ਪਹਿਲਾਂ ਆਪਾਂ ਇੱਕ ਚੀਜ਼ ਹੋਰ ਕਲੀਅਰ ਕਰ ਲਈਏ ਵੀ ਸੈੱਟ ਕਿਸ ਨੂੰ ਨਹੀਂ ਕਿਹਾ ਜਾਂਦਾ। ਅ ਕਲੈਕਸ਼ਨ ਦੈਟ ਇਜ਼ ਨਾਟ ਵੈਲ ਡਿਫਾਈਨਡ, ਠੀਕ ਹੈ। ਜਿਸ ਨੂੰ ਆਪਾਂ ਵੈਲ ਡਿਫਾਈਨ ਨਾ ਕਰ ਸਕਦੇ ਹੋਈਏ ਉਸ ਨੂੰ ਸੈੱਟ ਨਹੀਂ ਕਿਹਾ ਜਾਂਦਾ। ਐਂਡ ਜੇਕਰ ਆਪਾਂ ਐਗਜ਼ਾਮਪਲ ਦੇਣੀ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ 10 ਬੈਸਟ ਕ੍ਰਿਕਟ ਪਲੇਅਰਸ ਆਫ ਇੰਡੀਆ। ਹਾਂਜੀ, ਤਾਂ ਕੀ ਆਪਾਂ ਇਸ ਨੂੰ ਸੈੱਟ ਕਹਿ ਸਕਦੇ ਹਾਂ? ਨੋ। ਕਿਉਂ? ਬਿਕੋਜ਼ ਜਿਹੜੇ 10 ਬੈਸਟ ਕ੍ਰਿਕਟ ਪਲੇਅਰਸ ਆ ਉਹਨਾਂ ਨੂੰ ਜੱਜ ਕਰਨ ਦਾ ਕੋਈ ਆਪਣੇ ਕੋਲ ਇੱਕ ਕ੍ਰਾਈਟੇਰੀਆ ਨਹੀਂ ਹੈਗਾ। ਜਿਵੇਂ ਕਿ ਆਪਾਂ ਹੁਣ ਕਿਸੇ ਨੂੰ ਜੱਜ ਕਰ ਸਕਦੇ ਹਾਂ ਵੀ ਇਹ ਬਹੁਤ ਜ਼ਿਆਦਾ ਬਾਉਂਡਰੀਜ਼ ਲਗਾਉਂਦਾ, ਕਿਸੇ ਨੂੰ ਜੱਜ ਕਰ ਸਕਦੇ ਹਾਂ ਵੀ ਇਸਨੇ ਬਹੁਤ ਜ਼ਿਆਦਾ ਹਾਰੇ ਹੋਏ ਮੈਚ ਜਿਤਾਏ ਹੋਏ ਆ, ਕਿਸੇ ਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਇਸਨੇ ਖੁਦ ਦੇ ਬਹੁਤ ਜ਼ਿਆਦਾ ਰਨ ਸਕੋਰ ਕੀਤੇ ਹੋਏ ਆ, ਜਾਂ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਇਹ ਟੈਸਟ ਮੈਚ ਦਾ ਵਧੀਆ ਪਲੇਅਰ ਹੈ। ਸੋ ਕੋਈ ਇੱਕ ਕ੍ਰਾਈਟੇਰੀਆ ਤਾਂ ਨਹੀਂ ਹੈਗਾ ਨਾ ਵੀ ਜਿਸ ਬੇਸ 'ਤੇ ਆਪਾਂ ਜੱਜ ਕਰ ਸਕਦੇ ਹੋਈਏ ਵੀ ਜਿਹੜੇ 10 ਬੈਸਟ ਕ੍ਰਿਕਟ ਪਲੇਅਰਸ ਆ ਇਹ, ਸੋ ਇਸ ਨੂੰ ਆਪਾਂ ਸੈੱਟ ਨਹੀਂ ਕਹਾਂਗੇ। ਕਲੀਅਰ? ਸੋ ਤੁਸੀਂ ਯਾਦ ਰੱਖਣਾ, ਜਿਸ ਕਲੈਕਸ਼ਨ ਨੂੰ ਜੱਜ ਕਰਨ ਦਾ ਕੋਈ ਐਗਜ਼ੈਕਟ ਕ੍ਰਾਈਟੇਰੀਆ ਨਹੀਂ ਹੁੰਦਾ ਉਸ ਨੂੰ ਆਪਾਂ ਸੈੱਟ ਨਹੀਂ ਕਹਿੰਦੇ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਦ ਕਲੈਕਸ਼ਨ ਦੈਟ ਇਜ਼ ਨਾਟ ਵੈਲ ਡਿਫਾਈਨਡ ਇਜ਼ ਨਾਟ ਟਰਮਡ ਐਜ਼ ਸੈੱਟ। ਸੋ ਆਪਾਂ ਨੂੰ ਹੁਣ ਅੱਗੇ ਜਾ ਕੇ ਕਾਫੀ ਐਗਜ਼ਾਮਪਲਸ ਮਿਲਣਗੀਆਂ ਜਿੱਥੋਂ ਆਪਾਂ ਨੂੰ ਕਲੀਅਰ ਹੋ ਜਾਏਗਾ ਵੀ ਵੈਦਰ ਇਟ ਇਜ਼ ਸੈੱਟ ਔਰ ਨਾਟ। ਸੋ ਆਪਾਂ ਫਸਟ ਐਗਜ਼ਾਮਪਲ ਕਰਦੇ ਹਾਂ। ਹਾਂਜੀ, ਤਾਂ ਆਪਾਂ ਨੂੰ ਕੁਝ ਸੈਟਸ ਦੀਆਂ ਐਗਜ਼ਾਮਪਲਸ ਦਿੱਤੀਆਂ ਹੋਈਆਂ। ਸੋ ਫਸਟ ਐਗਜ਼ਾਮਪਲ ਆਪਣੇ ਕੋਲੇ ਔਡ ਨੈਚੁਰਲ ਨੰਬਰਸ ਲੈਸ ਦੈਨ 10। ਹਾਂਜੀ, ਤਾਂ ਆਪਾਂ ਇਸ ਨੂੰ ਈਜ਼ਲੀ ਡਿਫਾਈਨ ਕਰ ਸਕਦੇ ਹਾਂ। ਸੋ ਯੈਸ ਇਟ ਇਜ਼ ਸੈੱਟ ਐਂਡ ਆਪਣੇ ਕੋਲੇ 1 3 5 7 9 ਕੀ ਆ ਗਏ? ਇਸ ਸੈੱਟ ਦੇ ਮੈਂਬਰਸ ਕਹਿ ਸਕਦੇ ਹਾਂ ਜਾਂ ਐਲੀਮੈਂਟਸ ਕਹਿ ਸਕਦੇ ਹਾਂ ਜਾਂ ਆਬਜੈਕਟਸ, ਠੀਕ ਹੈ। ਆਪਾਂ ਇਹਨਾਂ ਨੂੰ 3 ਨਾਮ ਦੇਵਾਂਗੇ, ਜਾਂ ਇਹਨਾਂ ਨੂੰ ਆਪਾਂ ਮੈਂਬਰਸ ਕਹਿ ਸਕਦੇ ਹਾਂ ਜਾਂ ਐਲੀਮੈਂਟਸ ਜਾਂ ਆਬਜੈਕਟਸ। ਓਕੇ, ਸੋ ਜੇਕਰ ਆਪਾਂ ਨੈਕਸਟ ਐਗਜ਼ਾਮਪਲ ਲੈ ਕੇ ਚੱਲੀਏ ਦਾ ਰਿਵਰਸ ਆਫ ਇੰਡੀਆ। ਯੈਸ, ਇਹਨਾਂ ਨੂੰ ਵੀ ਆਪਾਂ ਡਿਫਾਈਨ ਕਰ ਸਕਦੇ ਹਾਂ, ਜਿੰਨੀਆਂ ਵੀ ਰਿਵਰਸ ਆਪਣੇ ਇੰਡੀਆ ਦੇ ਵਿੱਚ। ਸੋ ਯੈਸ ਇਟ ਇਜ਼ ਆਲਸੋ ਸੈੱਟ। ਐਂਡ ਜੇਕਰ ਆਪਾਂ ਗੱਲ ਕਰੀਏ ਥਰਡ ਦਾ ਬਾਵਲਸ ਇਨ ਦਾ ਇੰਗਲਿਸ਼ ਅਲਫਾਬੈਟ ਨੇਮਲੀ AEIOU। ਹਾਂਜੀ, ਤਾਂ ਜਿਹੜੇ AEIOU ਆ ਇਹ ਕੀ ਰਹਿਣਗੇ? ਆਬਜੈਕਟਸ ਵੀ ਕਹਿ ਸਕਦੇ ਹਾਂ, ਮੈਂਬਰਸ ਵੀ ਜਾਂ ਐਲੀਮੈਂਟਸ ਵੀ, ਇਹ ਵੀ ਸੈੱਟ ਰਹੇਗਾ। ਸਾਰੀਆਂ ਸੈਟਸ ਦੀਆਂ ਐਗਜ਼ਾਮਪਲਸ ਹੀ ਇਹ। ਸੋ ਨੈਕਸਟ ਆਪਣੇ ਕੋਲ ਹੈਗਾ ਵੇਰੀਅਸ ਕਾਈਂਡਸ ਆਫ ਟਰਾਇੰਗਲਸ, ਇਹ ਵੀ ਆਪਣੇ ਕੋਲ ਸੈੱਟ ਰਹੇਗਾ। ਉਸ ਤੋਂ ਨੈਕਸਟ ਹੈਗਾ ਪ੍ਰਾਈਮ ਫੈਕਟਰਸ ਆਫ 210 ਨੇਮਲੀ 2 3 5 7। ਸੋ 2 3 5 7 ਕੀ ਰਹਿਣਗੇ? ਆਬਜੈਕਟ, ਮੈਂਬਰਸ ਜਾਂ ਐਲੀਮੈਂਟਸ। ਐਂਡ ਨੈਕਸਟ ਆਪਣੇ ਕੋਲ ਹੈਗਾ ਦਾ ਸੋਲਿਊਸ਼ਨ ਆਫ ਕੁਆਡਰੇਟਿਕ ਇਕੁਏਸ਼ਨ। ਆਪਾਂ ਨੂੰ ਇੱਕ ਕੁਆਡਰੇਟਿਕ ਇਕੁਏਸ਼ਨ ਦਿੱਤੀ ਹੋਈ ਆ, ਇਸ ਦਾ ਸੋਲਿਊਸ਼ਨ ਆਪਾਂ ਨੂੰ ਆਉਂਦਾ ਹੀ ਹੈ ਮਿਡਲ ਟਰਮ ਸਪਲਿਟਿੰਗ ਕਰਕੇ। ਸੋ ਉਹੀ ਵੀ ਇੱਕ ਸੈੱਟ ਰਹੇਗਾ। ਸੋ ਸੈੱਟ ਕੋਈ ਵੀ ਹੋ ਸਕਦਾ ਬਟ ਉਹ ਵੈਲ ਡਿਫਾਈਨ ਹੋਣਾ ਚਾਹੀਦਾ। ਸੋ ਨੈਕਸਟ ਆਪਾਂ ਨੂੰ ਸੈੱਟ ਨਾ ਹੋਣ ਦੀ ਇੱਕ ਐਗਜ਼ਾਮਪਲ ਹੋਰ ਦਿੱਤੀ ਹੋਈ ਆ, ਕਲੈਕਸ਼ਨ ਆਫ 5 ਮੋਸਟ ਰਿਨਾਊਂਡ ਮੈਥਮੈਟੀਸ਼ੀਅਨਸ ਆਫ ਦਾ ਵਰਲਡ। ਹਾਂਜੀ, ਤਾਂ ਆਪਾਂ ਇਹਨਾਂ ਨੂੰ ਵੀ ਡਿਫਾਈਨ ਨਹੀਂ ਕਰ ਸਕਦੇ। ਤੁਸੀਂ ਆਪ ਹੀ ਦੱਸੋ ਵੀ ਹੁਣ ਮੈਥਮੈਟੀਸ਼ੀਅਨਸ ਆ ਉਹਨਾਂ ਨੂੰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਇਹ ਜ਼ਿਆਦਾ ਵਧੀਆ, ਇਹ ਘੱਟ ਵਧੀਆ? ਹੁਣ ਜਿਹੜੇ ਈਊਲਰ ਸੀਗੇ ਉਹਨਾਂ ਨੇ ਆਪਦੇ ਫੀਲਡ ਵਿੱਚ ਕੰਮ ਕੀਤਾ, ਜਾਂ ਆਪਾਂ ਕਹਿ ਦਈਏ ਪਾਇਥਾਗੋਰ ਸੀਗੇ ਉਹਨਾਂ ਨੇ ਆਪਦੇ ਫੀਲਡ ਵਿੱਚ ਕੰਮ ਕੀਤਾ, ਜਾਂ ਆਪਾਂ ਕਹਿ ਦਈਏ ਜਾਰਜ ਕੈਂਟਰ ਸੀਗੇ ਇਹਨਾਂ ਨੇ ਆਪਦੇ। ਸੋ ਹਰੇਕ ਆਪਦੇ ਫੀਲਡ ਵਿੱਚ ਬੈਸਟ ਹੈ। ਸੋ ਉਹਨਾਂ ਨੂੰ ਜੱਜ ਕਰਨ ਦਾ ਕੋਈ ਇੱਕ ਕ੍ਰਾਈਟੇਰੀਆ ਨਹੀਂ ਹੈਗਾ। ਸੋ ਦਿਸ ਇਜ਼ ਨਾਟ ਵੈਲ ਡਿਫਾਈਨਡ, ਠੀਕ ਹੈ। ਸੋ ਦਿਸ ਇਜ਼ ਨਾਟ ਵੈਲ ਡਿਫਾਈਨਡ। ਸੋ ਦੈਟਸ ਵਾਈ ਆਪਾਂ ਇਸ ਨੂੰ ਸੈੱਟ ਨਹੀਂ ਕਹਾਂਗੇ। ਕਲੀਅਰ?
सो आप अगे रीड भी कर लेने आ। बिकॉज द क्राइटेरिया फॉर डिटरमाइनिंग मैथमेटिशियन एज मोस्ट नोन मे वेरी फ्रॉम परसन टू परसन। सो हरेक परसन का अलग अलग आ, सो दैट्स वाई इट इज़ नॉट वैल डिफाइंड कलैक्शन। क्लीयर। सो आप सैट की डेफिनेशन तो पहला रीड कर ही ली सी। अ सैट इज़ अ वैल डिफाइंड कलैक्शन ऑफ ऑबजैक्ट्स। ठीक है। सो नैक्सट आपको कुछ इंपॉर्टेंट पॉइंट्स दिते हुए आ जिहड़े आप सैट्स लई याद रखने आ। तो अपने को फर्स्ट है आप कर ही चुके हैं वैसे, ऑबजैक्ट्स एलीमेंट्स एंड मैंबरस ऑफ अ सैट आर सिनोनिम टर्म्स। तो मैं तुहानूं दस्सिया सी जिवें कि अपने को बावल्स अखर आ जिहड़े आपां लैके चले सी AEIOU, ये 5 सीगे। सो इन्हां नूं आपां मैंबरस भी कह सकते हैं, एलीमेंट्स भी कह सकते हैं, जां ऑबजैक्ट्स भी कह सकते हैं। ठीक है। सो नैक्सट पॉइंट अपने को सैट्स आर यूजली डिनोटेड बाय कैपिटल लैटर्स। सो ये मोस्ट इंपॉर्टेंट रहेगा जी। जो भी सैट आ उसनूं आपां कैपिटल लैटर नाल ही डिनोट करांगे। ठीक है। अगे तो एक चीज़ याद रखनी आ भी जिथे भी कैपिटल लैटर नाल डिनोट किया जा रहा वो परसन सैट की गल कर रहा। ठीक है। मैथ्स दे विच ऑलवेज यही चीज़ रहिंदी है भी जदों भी किसी चीज़ नूं कैपिटल लैटर नाल डिनोट किया जाता तो सैट नूं रिलेट किया जाता। ठीक है। ओके। सो थर्ड पॉइंट अपने को द एलीमेंट्स ऑफ अ सैट आर रिप्रजेंटेड बाय स्मॉल लैटर्स। हाँ जी। तो यह भी आपको ईजिली क्लीयर हो ही रहा भी जिमें कि हुण अपने को जिहड़े एलीमेंट्स आए सी जिमें कि AEIOU। ठीक है। सो इन्हों आपां की है स्मॉल लैटर्स नाल रिप्रजेंट करांगे ऑलवेज। सो आपां नूं एक बार देखण तो ही पता लग जाता भी जेकर ये कैपिटल लैटर मिलिया आपां नूं दैन ये सैट की गल कर रहा, एंड जेकर स्मॉल लैटर मिलिया दैन ये एलीमेंट्स की, ऑबजैक्ट्स की जां मैंबरस की गल कर रहा। क्लीयर। सो जिमें कि आप लास्ट स्लाइड में डिस्कस कर रहे सी भी जिहड़े सैट्स है उन्होंने कैपिटल लैटर नाल रिप्रजेंट किया जाता, तो मैथ्स दे विच तुसीं ये लैटर्स याद रखने आ। हाँ जी। तो जो आपां नूं कैपिटल N की गल कर रहे हैं सो इसका मतलब मिलेगा द सैट ऑफ ऑल नैचुरल नंबरस। ठीक है। जां तुसीं सैट लिखना ऑल नैचुरल नंबरस का तो तुसीं उसनूं N नाल रिप्रजेंट कर सकते हो। ठीक है। नैक्सट अपने को द सैट ऑफ ऑल इंटीजर्स। हाँ जी। तो जो आप ऑल इंटीजर्स का सैट लिखना तो उसनूं आपां कैपिटल Z नाल डिनोट कर सकते हैं। एंड जेकर आप नैक्सट लिखना द सैट ऑफ ऑल रैशनल नंबरस। हाँ जी। तो रैशनल नंबरस के सैट नूं आपां कैपिटल Q नाल रिप्रजेंट कर सकते हैं। नैक्सट अपने को हैगा द सैट ऑफ ऑल रियल नंबरस। हाँ जी। तो इसनूं आपां कैपिटल R नाल रिप्रजेंट कर सकते हैं। एंड नैक्सट अपने को द सैट ऑफ ऑल पॉजिटिव इंटीजर्स। हाँ जी। तो इसनूं लिखा जा सकता Z के उपर प्लस का साइन जां Z पॉजिटिव। एंड नैक्सट अपने को हैगा द सैट ऑफ पॉजिटिव रैशनल नंबरस। हाँ जी। तो रैशनल नंबरस तो आपको पता ही सीगा ना PQ फॉर्म वाले। सो जेकर वो पॉजिटिव रैशनल नंबरस आ तो उन्होंने Q पॉजिटिव के साइन नाल लिखा जा सकता, Q के उपर प्लस का साइन। एंड जेकर आपको दिता होया द सैट ऑफ पॉजिटिव रियल नंबरस दैन आप इसनूं किदां लिख सकते हैं R पॉजिटिव। ठीक है। सो ये सारे सैट्स तुसीं याद रखने आ। जो भी आपको N की गल हो रही है तो नैचुरल नंबरस, Z की गल हो रही है तो इंटीजर्स, Q की गल हो रही है तो रैशनल नंबरस, R की गल हो रही है तो रियल नंबरस। एंड जेकर आपको प्लस का साइन मिल जाए नाल जिमें कि Z पॉजिटिव लिखा मिल जाए सो दैट मीनस वो सारे पॉजिटिव इंटीजर्स की गल कर रहा, पॉजिटिव टर्म्स की गल कर रहा। एंड जेकर आपको मिल जाए नैगेटिव मिल जाए कैपिटल लैटर के नाल दैट मीनस वो सारियां नैगेटिव टर्म्स की गल कर रहा। क्लीयर। सो नैक्सट आप एक्सरसाइज 1.1 का फर्स्ट सम ट्राई करते हैं। हाँ जी। तो आपको दिता होया विच ऑफ द फॉलोइंग आर सैट्स जस्टिफाई यूअर आंसर। सो आप दसना भी किहड़े गिवन दे विचों सैट्स हैगे आ एंड किहड़े सैट्स है नहीं गे। एंड आप अपना आंसर भी जस्टिफाई करना मीनस टू से आप रीजन भी देना भी यह सैट क्यों नहीं हैगा। ठीक है। सो आपको फर्स्ट दिता होया द कलैक्शन ऑफ ऑल मंथ्स ऑफ अ ईयर बिगनिंग विद लैटर J। सो किहड़े किहड़े मंथ्स आ जिहड़े लैटर J नाल बिगनिंग हुंदी है जिन्हां दी। सो फर्स्ट हैगा अपने को जनवरी, उस तो बाद हैगा जून, उस तो बाद हैगा जुलाई, होर तो कोई है नहीं गे। सो ये 3 की हो गए एलीमेंट्स हो गए जनवरी, जून एंड जुलाई। सो ये तो हो गए एलीमेंट्स, ऑबजैक्ट्स या मैंबरस। सो यस इट इज़ सैट बिकॉज आप इसनूं डिफाइन कर सकते हैं। ठीक है। सो नैक्सट अपने को हैगा द कलैक्शन ऑफ 10 मोस्ट टैलेंटेड राइटर्स ऑफ इंडिया। हाँ जी। तो तुसीं हुण आप ही दसो भी जिहड़ी ये कलैक्शन आ 10 मोस्ट टैलेंटेड राइटर्स की यह सैट हैगा जां नहीं हैगा। हुण देखो जी जिहड़ा टैलेंट आ राइटर्स का वो हरेक परसन टू परसन वेरी कर रहा। हुण कोई परसन तो हॉरर स्टोरीज लिख रहा, कोई परसन इमेजिनेशनस लिख रहा, कोई परसन रियल स्टोरीज लिख रहा, कोई रोमांटिक स्टोरीज लिख रहा। सो हरेक का अपना अपना टैलेंट आ उसनूं लिखण दा।
ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਪਰਸਨ ਹੌਰਰ ਸਟੋਰੀਜ਼ ਪੂਰੀਆਂ ਜ਼ਿਆਦਾ ਵਧੀਆ ਲਿਖ ਲੈਂਦਾ ਉਹ ਹੋ ਸਕਦਾ ਜਿਹੜੀਆਂ ਹਾਸੇ ਵਾਲੀਆਂ ਸਟੋਰੀਜ਼ ਆਉਂਦੀਆਂ ਵਧੀਆ ਨਾ ਲਿਖ ਸਕਦਾ ਹੋਵੇ। ਠੀਕ ਹੈ, ਸੋ ਆਪਣੇ ਕੋਲ ਕੋਈ ਐਗਜ਼ੈਕਟ ਕ੍ਰਾਈਟੇਰੀਆ ਨਹੀਂ ਹੈਗਾ ਇਸ ਨੂੰ ਜੱਜ ਕਰਨ ਦਾ। ਸੋ ਆਪਾਂ ਲਿਖ ਸਕਦੇ ਹਾਂ ਵੀ ਜਿਹੜਾ ਟੈਲੈਂਟ ਆ ਪਰਸਨਸ ਦਾ ਜਾਂ ਰਾਈਟਰਸ ਦਾ ਉਹ ਵੇਰੀ ਕਰਦਾ ਫਰੋਮ ਪਰਸਨ ਟੂ ਪਰਸਨ। ਸੋ ਦੈਟਸ ਵਾਈ ਇਟ ਇਜ਼ ਨੋਟ ਵੈਲ ਡਿਫਾਈਨਡ ਕਲੈਕਸ਼ਨ। ਸੋ ਆਪਾਂ ਇਸ ਨੂੰ ਸੈੱਟ ਨਹੀਂ ਕਹਾਂਗੇ। ਠੀਕ ਹੈ, ਸੋ ਨੈਕਸਟ ਆਪਣੇ ਕੋਲ ਹੈਗਾ ਅ ਟੀਮ ਆਫ 11 ਬੈਸਟ ਕ੍ਰਿਕਟ ਬੈਟਸਮੈਨ ਆਫ ਦਾ ਵਰਲਡ। ਹਾਂਜੀ, ਇਹ ਤਾਂ ਆਪਾਂ ਪਹਿਲਾਂ ਵੀ ਲੈ ਕੇ ਚੱਲੇ ਸੀ। ਸੋ ਆਪਾਂ ਨੂੰ ਪਤਾ ਵੀ ਜਿਹੜੀ ਇਹ ਕਲੈਕਸ਼ਨ ਆ ਇਹ ਵੈਲ ਡਿਫਾਈਨਡ ਨਹੀਂ ਹੈਗੀ, ਬਿਕੋਜ਼ ਜਿਹੜਾ ਫਿਰ ਆਪਾਂ ਟੈਲੈਂਟ ਦੀ ਗੱਲ ਫੇਰ ਕਰ ਰਹੇ ਹਾਂ, ਇਹ ਵੀ ਪਰਸਨ ਟੂ ਪਰਸਨ ਵੇਰੀ ਕਰਦਾ। ਸੋ ਆਪਾਂ ਇਸ ਨੂੰ ਸੈੱਟ ਨਹੀਂ ਕਹਾਂਗੇ। ਠੀਕ ਹੈ, ਸੋ ਥਰਡ ਆਪਣੇ ਕੋਲ ਹੈਗਾ ਦ ਕਲੈਕਸ਼ਨ ਆਫ ਆਲ ਬॉयਜ਼ ਇਨ ਯੂਅਰ ਕਲਾਸ। ਹਾਂਜੀ, ਇਹ ਤਾਂ ਸੈੱਟ ਹੈਗਾ ਹੀ ਆ, ਬਿਕੋਜ਼ ਆਪਾਂ ਇਸ ਨੂੰ ਤਾਂ ਡਿਫਾਈਨ ਕਰ ਸਕਦੇ ਹਾਂ। ਦ ਕਲੈਕਸ਼ਨ ਆਫ ਆਲ ਬॉयਜ਼ ਇਨ ਆਵਰ ਕਲਾਸ ਇਜ਼ ਅ ਵੈਲ ਡਿਫਾਈਨਡ, ਸੋ ਦੈਟਸ ਵਾਈ ਇਟ ਇਜ਼ ਸੈੱਟ। ਐਂਡ ਨੈਕਸਟ ਐਗਜ਼ਾਮਪਲ ਜੇਕਰ ਆਪਾਂ ਗੱਲ ਕਰੀਏ ਤਾਂ ਨੈਕਸਟ ਐਗਜ਼ਾਮਪਲ ਦਿੱਤੀ ਹੋਈ ਹੈ ਦ ਕਲੈਕਸ਼ਨ ਆਫ ਆਲ ਨੈਚੁਰਲ ਨੰਬਰਸ ਲੈਸ ਦੈਨ 7। ਸੋ ਇਹ ਵੀ ਇੱਕ ਸੈੱਟ ਹੈਗਾ, ਬਿਕੋਜ਼ ਇਸ ਨੂੰ ਵੀ ਆਪਾਂ ਡਿਫਾਈਨ ਕਰ ਸਕਦੇ ਹਾਂ। ਐਂਡ ਨੈਕਸਟ ਆਪਣੇ ਕੋਲ ਹੈਗਾ ਦ ਕਲੈਕਸ਼ਨ ਆਫ ਆਲ ਨੋਵਲਸ ਰਿਟਨ ਬਾਈ ਰਾਈਟਰ ਮੁਨਸ਼ੀ ਪ੍ਰੇਮਚੰਦ। ਹਾਂਜੀ, ਤਾਂ ਮੁਨਸ਼ੀ ਪ੍ਰੇਮਚੰਦ ਜੀ ਨੇ ਜਿੰਨੇ ਵੀ ਨੋਵਲਸ ਲਿਖੇ ਸੀ ਉਹਨਾਂ ਦੀ ਕਲੈਕਸ਼ਨ ਵੀ ਓਬਵੀਅਸਲੀ ਇੱਕ ਸੈੱਟ ਹੈਗਾ ਹੀ ਆ, ਬਿਕੋਜ਼ ਇਸ ਨੂੰ ਵੀ ਆਪਾਂ ਡਿਫਾਈਨ ਕਰ ਹੀ ਸਕਦੇ ਹਾਂ, ਹੈ ਨਾ। ਐਂਡ ਨੈਕਸਟ ਆਪਣੇ ਕੋਲ ਹੈਗਾ ਦ ਕਲੈਕਸ਼ਨ ਆਫ ਆਲ ਈਵਨ ਇੰਟੀਜਰਸ। ਹਾਂਜੀ, ਤਾਂ ਜਿੰਨੇ ਵੀ ਈਵਨ ਇੰਟੀਜਰਸ ਆ ਇਹਨਾਂ ਨੂੰ ਵੀ ਆਪਾਂ ਡਿਫਾਈਨ ਤਾਂ ਕਰ ਹੀ ਸਕਦੇ ਹਾਂ। ਸੋ ਯੈਸ, ਇਟ ਇਜ਼ ਆਲਸੋ ਸੈੱਟ। ਸੋ ਸੈਕਿੰਡ ਸਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਕੁਝ ਹੋਰ ਬੇਸਿਕਸ ਕਰ ਲਈਏ। ਸੋ ਆਪਾਂ ਇੱਕ ਵਾਰ ਰੀਡ ਕਰਦੇ ਹਾਂ। ਸੋ ਜਿਵੇਂ ਕਿ ਆਪਾਂ ਨੂੰ ਦਿੱਤਾ ਹੋਇਆ if A is an element of set A we say that A belongs to A। ਓਕੇ, ਸੋ ਹੁਣ ਦੇਖੋ ਜੀ, ਜਿੱਥੇ ਇਹਨਾਂ ਨੇ ਕੈਪੀਟਲ A ਯੂਜ਼ ਕੀਤੀ ਹੈ ਉੱਥੇ ਉਹ ਸੈੱਟ ਦੀ ਗੱਲ ਕਰ ਰਹੇ ਆ, ਐਂਡ ਜਿੱਥੇ ਸਮਾਲ a ਯੂਜ਼ ਕੀਤੀ ਆ ਉੱਥੇ ਐਲੀਮੈਂਟ ਦੀ ਗੱਲ ਹੋ ਰਹੀ ਹੈ। ਬਿਕੋਜ਼ ਆਪਾਂ ਪੜ੍ਹਿਆ ਵੀ ਸੀਗਾ ਵੀ ਜਦੋਂ ਐਲੀਮੈਂਟ ਦੀ ਗੱਲ ਕਰਾਂਗੇ ਆਪਾਂ ਤਾਂ ਸਮਾਲ ਲੈਟਰਸ ਯੂਜ਼ ਕਰਾਂਗੇ, ਐਂਡ ਜਦੋਂ ਸੈੱਟ ਦੀ ਗੱਲ ਕਰਾਂਗੇ ਉਦੋਂ ਕੈਪੀਟਲ ਲੈਟਰਸ। ਓਕੇ, ਸੋ ਆਪਾਂ ਇਸ ਨੂੰ ਲਿਖਦੇ ਹਾਂ A belongs to A। ਸੋ ਇਸ ਦਾ ਕੀ ਮਤਲਬ ਹੋਇਆ, ਜਿਵੇਂ ਆਪਾਂ ਗੱਲ ਕਰੀਏ ਫੋਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਸਪੋਜ਼ ਕਰ ਲਓ ਇੱਕ ਸੈੱਟ ਲੈ ਲਿਆ ਆਪਾਂ ਦ ਰਿਵਰਸ ਆਫ ਇੰਡੀਆ। ਠੀਕ ਹੈ, ਇਹ ਇੱਕ ਸੈੱਟ ਹੈ, ਐਂਡ ਇਹਦੇ ਵਿੱਚ ਆਪਾਂ ਐਲੀਮੈਂਟ ਲੈ ਲਿਆ ਗੰਗਾ, ਬਿਕੋਜ਼ ਜਿਹੜੀ ਗੰਗਾ ਨਦੀ ਆ ਉਹ ਇੰਡੀਆ ਦੇ ਵਿੱਚ ਹੀ ਆ। ਓਕੇ, ਸੋ ਆਪਾਂ ਇਸ ਨੂੰ ਕਿੱਦਾਂ ਲਿਖਾਂਗੇ, ਇਸ A ਦੀ ਸਮਾਲ a ਦੀ ਜਗ੍ਹਾ 'ਤੇ ਲਿਖ ਦਿਆਂਗੇ ਗੰਗਾ, ਇਸ ਤੋਂ ਬਾਅਦ ਬਿਲੋਂਗਸ ਟੂ ਇੱਥੇ ਲਿਖਾਂਗੇ ਰਿਵਰਸ ਆਫ ਇੰਡੀਆ। ਸੋ ਗੰਗਾ ਬਿਲੋਂਗਸ ਟੂ ਰਿਵਰਸ ਆਫ ਇੰਡੀਆ। ਓਕੇ, ਸੋ ਹੁਣ ਜਿਹੜਾ ਇਹ ਬਿਲੋਂਗਸ ਟੂ ਵਰਡ ਆ ਇਹ ਤਾਂ ਇੰਗਲਿਸ਼ ਦਾ ਵਰਡ ਹੋ ਗਿਆ ਇੱਕ ਤਰ੍ਹਾਂ ਨਾਲ। ਸੋ ਇਸ ਦੀ ਜਗ੍ਹਾ 'ਤੇ ਇੱਕ ਮੈਥ ਦਾ ਵੀ ਆਪਾਂ ਸਿੰਬਲ ਯੂਜ਼ ਕਰਾਂਗੇ, ਗ੍ਰੀਕ ਸਿੰਬਲ। ਓਕੇ, ਸੋ ਆਪਾਂ ਯੂਜ਼ ਕਰਦੇ ਹਾਂ ਦ ਗ੍ਰੀਕ ਸਿੰਬਲ ਐਪਸਾਈਲਨ। ਸੋ ਇਸ ਨੂੰ ਬੋਲਿਆ ਕੀ ਜਾਂਦਾ ਰਾਜੇ, ਐਪਸਾਈਲਨ। ਮੈਂ ਇਸ ਨੂੰ ਹਾਈਲਾਈਟ ਵੀ ਕਰਤਾ ਇੱਕ ਵਾਰ। ਸੋ ਇਸ ਨੂੰ ਐਪਸਾਈਲਨ ਬੋਲਿਆ ਜਾਂਦਾ। ਠੀਕ ਹੈ, ਇਜ਼ ਯੂਜ਼ ਟੂ ਡਿਨੋਟ ਦਾ ਫਰੇਜ਼ ਬਿਲੋਂਗਸ ਟੂ। ਸੋ ਬਿਲੋਂਗਸ ਟੂ ਦੀ ਜਗ੍ਹਾ 'ਤੇ ਹੁਣ ਇਹ ਆਪਾਂ ਐਪਸਾਈਲਨ ਯੂਜ਼ ਕਰਿਆ ਕਰਾਂਗੇ। ਠੀਕ ਹੈ, ਓਕੇ, ਸੋ ਆਪਾਂ ਇਸ ਚੀਜ਼ ਨੂੰ ਕਿੱਦਾਂ ਲਿਖ ਸਕਦੇ ਹਾਂ, ਜੋ ਆਪਾਂ ਲਿਖਿਆ ਸੀਗਾ A belongs to A, ਇਸ ਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ ਜੇ ਆਪਾਂ ਮੈਥਸ ਦੇ ਤਰੀਕੇ ਨਾਲ ਲਿਖਣਾ ਹੋਵੇ। ਠੀਕ ਹੈ, ਸੋ ਆਪਾਂ ਇਸ ਨੂੰ ਲਿਖ ਸਕਦੇ ਹਾਂ A belongs to A। ਕਲੀਅਰ, ਸੋ ਇਸ ਨੂੰ ਬੋਲਿਆ ਕੀ ਜਾਂਦਾ ਰਾਜੇ, ਐਪਸਾਈਲਨ। ਜਿਹੜਾ ਆਪਾਂ ਇਹ ਗ੍ਰੀਕ ਸਿੰਬਲ ਯੂਜ਼ ਕੀਤਾ ਇਸ ਨੂੰ ਬੋਲਿਆ ਜਾਂਦਾ ਐਪਸਾਈਲਨ। ਐਂਡ ਜੇਕਰ ਆਪਾਂ ਗੱਲ ਕਰੀਏ ਇਫ B is not an element of set A। ਓਕੇ, ਇਹ ਤਾਂ ਐਲੀਮੈਂਟ ਆਪਾਂ ਲੈ ਕੇ ਚੱਲ ਪਏ ਹੈਗਾ, ਐਂਡ ਜੇਕਰ ਆਪਾਂ ਗੱਲ ਕਰੀਏ B is not an element of set A, ਸੋ ਉਸ ਨੂੰ ਕਿੱਦਾਂ ਲਿਖਿਆ ਜਾਂਦਾ, B not belongs to A। ਠੀਕ ਹੈ, ਸੋ ਇਸ ਦਾ ਕੀ ਮਤਲਬ ਹੋਏਗਾ, B does not belongs to A। ਤਾਂ ਆਪਾਂ ਇਸ ਨੂੰ ਲਿਖ ਕਿੱਦਾਂ ਸਕਦੇ ਹਾਂ, ਤਾਂ ਉੱਦਾਂ ਹੀ B ਲਿਖਾਂਗੇ, ਉਸ ਤੋਂ ਬਾਅਦ belongs to ਦਾ ਸਾਈਨ ਦੇ ਵਿੱਚ ਇਸ ਤਰੀਕੇ। ਸੋ ਇਸ ਨੂੰ ਬੋਲਿਆ ਜਾਂਦਾ does not belongs to। ਠੀਕ ਹੈ, ਸੋ ਇਸ ਚੀਜ਼ ਦਾ ਕੀ ਮਤਲਬ ਹੋਇਆ, B does not belongs to A, ਐਂਡ ਇਸ ਦਾ ਕੀ ਮਤਲਬ ਹੋਇਆ, A belongs to A। ਕਲੀਅਰ, ਜਿਵੇਂ ਕਿ ਆਪਾਂ ਨੂੰ ਹੋਰ ਵੀ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੀਚੇ। ਇਨ ਸੈਟ V ਆਫ ਵੋਵਲਸ ਇਨ ਇੰਗਲਿਸ਼ ਅਲਫਾਬੈਟ, ਆਪਾਂ ਨੂੰ ਇੱਕ ਸੈੱਟ ਦਿੱਤਾ ਹੋਇਆ V। ਠੀਕ ਹੈ, ਇਸ ਦੇ ਵਿੱਚ ਦੇਖੋ ਹੁਣ ਜਿਹੜਾ A ਹੈ ਇਹ ਤਾਂ ਬਿਲੋਂਗ ਕਰੂਗਾ, ਬਿਕੋਜ਼ AEIOU ਇਹ ਤਾਂ ਬਿਲੋਂਗ ਕਰੇਗਾ ਹੀ, ਇਹ ਤਾਂ ਠੀਕ ਹੈ, ਇਹ ਤਾਂ ਬਾਵਲ ਹੈਗਾ। ਬਟ ਜਿਹੜਾ ਆਹ ਵਾਲਾ B ਹੈ ਇਹ ਬਾਵਲ ਨਹੀਂ ਹੈਗਾ। ਸੋ ਇੱਥੇ ਮੈਂ ਲਿਖਿਆ ਨੋਟ ਬਿਲੋਂਗਸ ਟੂ, ਐਂਡ ਇੱਥੇ ਲਿਖਿਆ ਬਿਲੋਂਗਸ ਟੂ। ਠੀਕ ਹੈ, ਸੋ ਕਲੀਅਰ ਕਰ ਲਿਓ ਜੀ, ਇਸ ਜਗ੍ਹਾ 'ਤੇ ਲਿਖਿਆ ਹੋਇਆ ਬਿਲੋਂਗਸ ਟੂ, ਐਂਡ ਇੱਥੇ ਨੋਟ ਬਿਲੋਂਗਸ ਟੂ। ਐਂਡ ਇੱਕ ਐਗਜ਼ਾਮਪਲ ਹੋਰ ਦਿੱਤੀ ਹੋਈ ਆ ਇਨ ਦਾ ਸੈਟ P ਆਫ ਪ੍ਰਾਈਮ ਫੈਕਟਰਸ। ਹੁਣ 30 ਦੇ ਪ੍ਰਾਈਮ ਫੈਕਟਰਸ ਲੈ ਕੇ ਚੱਲੇ ਆ। ਜਿਹੜਾ 3 ਹੈ, 3 ਤਾਂ ਪ੍ਰਾਈਮ ਫੈਕਟਰ ਹੈਗਾ ਗਾ। ਓਕੇ, ਸੋ 3 ਤਾਂ ਪ੍ਰਾਈਮ ਫੈਕਟਰ ਹੈਗਾ, ਬਟ ਜੇਕਰ ਆਪਾਂ ਗੱਲ ਕਰੀਏ 15 ਦੀ, 15 ਹੈ ਜਿਹੜਾ ਉਹ ਪ੍ਰਾਈਮ ਤਾਂ ਹੈ ਨਹੀਂ ਗਾ,
ठीक है, बट इत्थे गल किस दी हो रही सी, प्राइम फैक्टर्स दी। सो इत्थे आपां लिखिया जिहड़ा 3 है यह तां बिलोंग करूगा इस सैट P नूं, एंड जिहड़ा 15 है यह बिलोंग नहीं करूगा बिकॉज जिहड़ा 15 है वो प्राइम ही है नहींगा। क्लीयर। बस इस स्लाइड विच मैं तुहानूं मेन यही दसना चाहुंदा सी भी एक सिंबल आपां नूं मिलेगा बिलोंग्स टू दा एंड एक मिलेगा डज नॉट बिलोंग्स टू दा। ठीक है। सो नैक्सट आप एक्सरसाइज 1.1 का सैकेंड क्वेश्चन ट्राई करते हैं। सो आपको एक सैट दिता होया ए, कैपिटल ए, जिस दे विच आपको एलीमेंट्स दिते हुए आ 1, 2, 3, 4, 6। ओके, तो आप सिंबल इंसर्ट करना भी ये बिलोंग्स टू आ जां नॉट बिलोंग्स टू। ठीक है, नीचे आपको 6 सम दिते हुए आ, इन्हां दे विच आपां ओनली सिंबल इंसर्ट करना। ओके, सो आपां की करांगे, जेकर आपां नूं जिवें इत्थे 5 आ, जेकर 5 इस गिवन सैट दे विच हैगा दैन तां आपां लिखांगे बिलोंग्स टू, एंड जेकर कोई एलीमेंट इस दे विच नहीं हैगा दैन आपां की लिखांगे डज नॉट बिलोंग्स टू। जिवें हुण इत्थे 5 देखो 5 इहदे विच हैगा, सो यस इत्थे लिखांगे बिलोंग्स टू। जिवें 8 है 8 इन्हां दे विच है नहींगा इस सैट दे विच, सो आपां लिखांगे डज नॉट बिलोंग्स टू। ठीक है, सो मैं फर्स्ट का आंसर लिखदा तो फर्स्ट का आंसर की आएगा बिलोंग्स टू। ठीक है, एंड सैकेंड का आंसर की आएगा बिकॉज जिहड़ा 8 है वो उपर वालियां दे विच है नहींगा, सो सैकेंड का आंसर आएगा डज नॉट बिलोंग्स टू। ठीक है, एंड थर्ड का आंसर की आएगा, थर्ड का आंसर भी सेम डज नॉट बिलोंग्स टू बिकॉज जिहड़ी 0 आ 0 इस सैट दे विच है नहींगी। ठीक है। ओके, एंड फोर्थ का जेकर आंसर देखिए, फोर्थ का की आएगा आंसर बिलोंग्स टू आएगा बिकॉज जिहड़ा 4 है वो इत्थे इस अपनी गिवन सैट दे विच भी हैगा। एंड जेकर आप फिफ्थ का आंसर देखिए, फिफ्थ का की आएगा, फिफ्थ का भी आंसर आएगा बिलोंग्स टू। एंड जेकर आप सिक्स्थ क्वेश्चन देखिए, सिक्स्थ का आएगा डज नॉट बिलोंग्स टू बिकॉज जिहड़ा 10 है एलीमेंट वो अपने कोले गिवन सैट का एलीमेंट नहीं हैगा। ठीक है।